ਆਕਾਸ਼ਵਾਣੀ ਦੇ 90 ਸਾਲ ਹੋਣ ਦੇ ਅਸੀਂ ਇਹ ਜਸ਼ਨ ਮਨਾਏ ਨੇ ਤੇ ਅੱਜ 90 ਸਾਲ ਪੂਰੇ ਹੋਣ ਦੇ ਇਸ ਜਸ਼ਨ ਵਿੱਚ ਅਸੀਂ ਸਾਰੇ ਜਾਣੇ ਇਸ ਸ਼ਾਮ ਵਿੱਚ ਸ਼ਾਸਤਰੀ ਸੰਗੀਤ ਦੇ ਰੰਗ ਵਿੱਚ ਰੰਗੇ ਜਾਵਾਂਗੇ। ਸੋ KL ਸਹਿਗਲ ਆਡੀਟੋਰੀਅਮ 'ਚ ਅੱਜ ਦੀ ਸ਼ਾਮ 'ਚ ਜਿਹੜੀਆਂ ਹਵਾਵਾਂ ਨੇ ਉਹਨਾਂ 'ਚ ਸੁਰਾਂ ਦੀ ਮਹਿਕ ਹੋਏਗੀ, ਜਿਸ ਵਿੱਚ ਰੰਗਣ ਦਾ ਅਸੀਂ ਪੂਰੀ ਤਰ੍ਹਾਂ ਦੇ ਨਾਲ ਯਤਨ ਕਰਾਂਗੇ। ਆਮ ਤੌਰ ਤੇ ਕਹਿੰਦੇ ਨੇ ਕਿ ਇਸ ਜ਼ਮਾਨੇ 'ਚ ਜਿਸ ਚੀਜ਼ ਦਾ ਆਗਾਜ਼ ਹੈ ਉਹਦਾ ਅੰਜਾਮ ਵੀ ਹੈ। ਜਿਹੜੀ ਚੀਜ਼ ਆਂਦੀ ਹੈ ਉਹ ਬਿਨਸ ਜਾਂਦੀ ਹੈ, ਖਤਮ ਵੀ ਹੁੰਦੀ ਹੈ। ਪਰ ਆਕਾਸ਼ਵਾਣੀ ਦਾ ਸੁਭਾਅ ਸੂਰਜ ਵਰਗਾ ਹੈ। ਜਿੱਦਾਂ ਸੂਰਜ ਸਦੀਆਂ ਤੋਂ ਚਾਨਣ ਦਿੰਦਾ ਆ ਰਿਹਾ ਹੈ, ਇਸੇ ਤਰ੍ਹਾਂ ਆਕਾਸ਼ਵਾਣੀ ਪਿਛਲੇ 90 ਸਾਲਾਂ ਤੋਂ ਪ੍ਰਸਾਰਣ ਦੇ ਜ਼ਰੀਏ ਆਪਣੇ ਗਿਆਨ ਦਾ ਚਾਨਣ ਵੰਡਦਾ ਆ ਰਿਹਾ ਤੇ ਹਰ ਗੁਜ਼ਰਦੇ ਦਿਨ ਦੇ ਨਾਲ ਇਹ ਹੋਰ ਜ਼ਿਆਦਾ ਜਵਾਨ, ਹੋਰ ਜ਼ਿਆਦਾ ਨਵਾਂ, ਹੋਰ ਜ਼ਿਆਦਾ ਤਾਜ਼ਾ ਹੁੰਦਾ ਜਾਂਦਾ ਹੈ। ਸੋ ਅਸੀਂ ਆਸ ਕਰਦੇ ਹਾਂ ਕਿ ਜਿੱਦਾਂ 90 ਸਾਲ ਫਖਰ ਦੇ ਨਾਲ ਮੁਕੰਮਲ ਹੋਏ ਨੇ, ਆਉਣ ਵਾਲੇ ਸਾਲ ਵੀ ਆਕਾਸ਼ਵਾਣੀ ਆਪਣੇ ਪ੍ਰਸਾਰਣ ਦੇ ਨਾਲ ਇਸੇ ਤਰ੍ਹਾਂ ਨਵਾਂ ਰਹੇਗਾ, ਇਸੇ ਤਰ੍ਹਾਂ ਤਾਜ਼ਾ ਰਹੇਗਾ। ਸੋ ਅੱਜ ਦੀ ਇਸ ਸੰਗੀਤਕ ਸ਼ਾਮ ਦਾ ਅਸੀਂ ਬਿਹਤਰ ਤਰੀਕੇ ਦੇ ਨਾਲ ਆਗਾਜ਼ ਕਰ ਸਕੀਏ, ਉਹਦੇ ਨਾਲ ਜੋ ਰਸਮ ਹੈ ਸ਼ਮਾ ਰੋਸ਼ਨ ਦੀ ਉਹ ਅਸੀਂ ਸ਼ੁਰੂ ਕਰਾਂਗੇ। ਸੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਰਣਜੀਤ ਮੀਨਾ ਜੀ ਨੂੰ, ਜੋ ਕਿ DDG ਇੰਜੀਨੀਅਰਿੰਗ ਆਕਾਸ਼ਵਾਣੀ ਜਲੰਧਰ ਨੇ, ਉਹ ਮੰਚ 'ਤੇ ਆਉਣ ਤਾਂ ਕਿ ਸ਼ਮਾ ਰੋਸ਼ਨ ਦੀ ਰਸਮ ਸ਼ੁਰੂ ਹੋ ਸਕੇ। ਉਹਨਾਂ ਦੇ ਨਾਲ ਪਰਮਜੀਤ ਸਿੰਘ HOP ਆਕਾਸ਼ਵਾਣੀ ਜਲੰਧਰ, ਉਹਨਾਂ ਦੇ ਨਾਲ ਇੰਜੀਨੀਅਰ SS ਅਜੀਮਲ ਜੀ, ਹੈੱਡ ਆਫ ਪ੍ਰੋਗਰਾਮ ਦੂਰਦਰਸ਼ਨ ਗੁਰਵਿੰਦਰ ਸਿੰਘ ਨਰੂਲਾ ਜੀ, ਸੁਰਿੰਦਰ ਸੇਠ ਹੋਰਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਨਾਲ ਮੰਚ 'ਤੇ ਆਉਣ ਤਾਂ ਕਿ ਸ਼ਮਾ ਰੋਸ਼ਨ ਦੀ ਇਹ ਜਿਹੜੀ ਰਸਮ ਹੈ ਇਹ ਅਸੀਂ ਮੁਕੰਮਲ ਕਰ ਸਕੀਏ। ਔਰ ਨਾਲ ਗੁਜ਼ਾਰਿਸ਼ ਹੈ ਰਾਜੇਸ਼ ਬਾਲੀ ਜੀ ਨੂੰ ਵੀ, ਜਿਹੜੇ ਕਿ ਹੈੱਡ ਨੇ RNU ਆਕਾਸ਼ਵਾਣੀ ਜਲੰਧਰ ਦੇ, ਉਹ ਵੀ ਮੰਚ 'ਤੇ ਆਉਣ ਔਰ ਸ਼ਮਾ ਰੋਸ਼ਨ ਦੀ ਇਹ ਜਿਹੜੀ ਰਸਮ ਹੈ ਉਹ ਆਪਾਂ ਸ਼ੁਰੂ ਕਰ ਸਕੀਏ। ਸੋ ਆਕਾਸ਼ਵਾਣੀ ਆਪਣੇ ਪ੍ਰਸਾਰਣ ਦੇ ਜ਼ਰੀਏ ਹਮੇਸ਼ਾ ਇਹ ਕੋਸ਼ਿਸ਼ ਕਰਦਾ ਰਿਹਾ ਹੈ ਕਿ ਗਿਆਨ ਦਾ, ਜਾਣਕਾਰੀ ਦਾ, ਸੂਚਨਾ ਦਾ ਚਾਨਣ ਜਿਹੜਾ ਹੈ ਉਹ ਦੇਸ਼ ਦੇ ਕੋਨੇ-ਕੋਨੇ ਤੱਕ ਫੈਲਦਾ ਰਹੇ। ਔਰ ਆਕਾਸ਼ਵਾਣੀ ਦਾ ਜੋ ਨੈਟਵਰਕ ਹੈ, ਜੋ ਇਹਦੇ ਸਟੇਸ਼ਨਸ ਨੇ, ਹਰ ਸਟੇਸ਼ਨ ਦਾ, ਹਰ ਪ੍ਰਸਾਰਣ ਦਾ ਮਕਸਦ ਇਹ ਹੈ ਕਿ ਜਿਹੜਾ ਸਮਾਜ ਦੇ ਦੂਰ ਤੱਕ ਬੈਠਾ ਇਨਸਾਨ ਹੈ ਉਹਦੇ ਤੱਕ ਵੀ ਇਹ ਪ੍ਰਸਾਰਣ ਪਹੁੰਚੇ। ਸੋ ਬਹੁਤ-ਬਹੁਤ ਸ਼ੁਕਰੀਆ ਇਹਨਾਂ ਸਾਰੀਆਂ ਸ਼ਖਸੀਅਤਾਂ ਦਾ ਜਿਨ੍ਹਾਂ ਨੇ ਇਹ ਸ਼ਮਾ ਰੋਸ਼ਨ ਕੀਤੀ। ਮੁਅੱਜ਼ਜ਼ ਹਾਜ਼ਰੀਨ, KL ਸਹਿਗਲ ਮੈਮੋਰੀਅਲ ਦੇ ਇਸ ਸੋਹਣੇ ਜਿਹੇ ਹਾਲ ਦੇ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਆਕਾਸ਼ਵਾਣੀ ਜਲੰਧਰ ਵੱਲੋਂ। ਅੱਜ ਸਾਡੇ ਸਾਰਿਆਂ ਵਾਸਤੇ ਬੜਾ ਹੀ ਮਹਾਨ ਮੌਕਾ ਹੈ ਜਦੋਂ ਆਕਾਸ਼ਵਾਣੀ ਪੂਰੇ ਦੇਸ਼ ਵਿੱਚ ਆਪਣੇ ਪ੍ਰਸਾਰਣ ਦੇ 90 ਸਾਲ ਪੂਰੇ ਕਰ ਚੁੱਕਿਆ ਹੈ। ਭਾਰਤ ਵਿੱਚ ਲੋਕ ਪ੍ਰਸਾਰਣ ਦਾ ਸਫ਼ਰ ਇੱਕ ਸ਼ਾਨਦਾਰ ਕਹਾਣੀ ਹੈ ਜੋ ਇਸ ਵਿਸ਼ਾਲ ਅਤੇ ਵਿਭਿੰਨਤਾ ਨਾਲ ਭਰੇ ਹੋਏ ਦੇਸ਼ ਨੂੰ ਆਪਸ ਵਿੱਚ ਜੋੜਨ ਦੀ ਇੱਕ ਬੇਜੋੜ ਗਾਥਾ ਹੈ। 90 ਸਾਲ ਪਿੱਛੇ ਝਾਤ ਮਾਰੀਏ, ਬੜਾ ਹੀ ਕੁਝ ਨਜ਼ਰ ਆਏਗਾ ਕਿਉਂਕਿ ਸਮੁੱਚੀ ਦੁਨੀਆ ਇਹਨਾਂ 90 ਸਾਲਾਂ ਵਿੱਚ ਬਦਲ ਗਈ ਹੈ। ਭਾਰਤ ਵਿੱਚ ਪ੍ਰਸਾਰਣ 1923 ਵਿੱਚ ਬੰਬੇ ਵਿੱਚ ਕੁਝ ਪ੍ਰਾਈਵੇਟ ਕਲੱਬਾਂ ਵੱਲੋਂ ਤਜਰਬੇ ਦੇ ਤੌਰ 'ਤੇ ਐਕਸਪੈਰੀਮੈਂਟਲ ਤਰੀਕੇ ਦੇ ਨਾਲ ਸ਼ੁਰੂ ਕੀਤਾ ਗਿਆ ਸੀ। ਬਾਅਦ ਵਿੱਚ 23 ਜੁਲਾਈ 1927 ਨੂੰ ਸੰਗਠਿਤ ਰੂਪ ਦੇ ਵਿੱਚ ਇਹਨਾਂ ਕਲੱਬਾਂ ਵੱਲੋਂ ਪ੍ਰਸਾਰਣ ਸ਼ੁਰੂ ਕੀਤਾ ਗਿਆ ਔਰ ਬੰਬਈ ਅਤੇ ਕਲਕੱਤਾ ਵਿੱਚ ਇੰਡੀਅਨ ਬ੍ਰੌਡਕਾਸਟਿੰਗ ਕੰਪਨੀ ਦੀ ਸਥਾਪਨਾ ਹੋਈ। ਬਾਅਦ ਵਿੱਚ 1936 ਵਿੱਚ ਉਸ ਵੇਲੇ ਦੀ ਸਰਕਾਰ ਨੇ ਇਸ ਦੇ ਸੰਚਾਲਨ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ ਅੱਜ ਦੇ ਦਿਨ ਯਾਨੀ 8 ਜੂਨ 1936 ਨੂੰ ਇੰਡੀਅਨ ਸਟੇਟ ਬ੍ਰੌਡਕਾਸਟਿੰਗ ਸਰਵਿਸ ਦਾ ਨਾਮ ਬਦਲ ਕੇ ਅਧਿਕਾਰਿਤ ਤੌਰ 'ਤੇ ਆਲ ਇੰਡੀਆ ਰੇਡੀਓ ਰੱਖ ਦਿੱਤਾ ਗਿਆ, ਜਿਹਦੇ 90 ਸਾਲ ਅਸੀਂ ਹੁਣ ਮਨਾ ਰਹੇ ਹਾਂ। ਇਸ ਵੇਲੇ ਆਪਣੇ ਇਤਿਹਾਸਿਕ ਮਨੋਰਥ ਬਹੁਜਨ ਹਿਤਾਏ ਬਹੁਜਨ ਸੁਖਾਏ, ਮਤਲਬ ਬਹੁਤ ਸਾਰੇ ਲੋਕਾਂ ਦੇ ਭਲੇ ਵਾਸਤੇ ਅਤੇ ਬਹੁਤ ਸਾਰੇ ਲੋਕਾਂ ਦੇ ਸੁੱਖ ਵਾਸਤੇ, ਜਿਹਨੂੰ ਹੁਣ ਅੱਜ ਕੱਲ੍ਹ ਸਰਵਜਨ ਹਿਤਾਏ ਸਰਵਜਨ ਸੁਖਾਏ ਕਿਹਾ ਜਾਂਦਾ ਹੈ, ਯਾਨੀ ਸਮਸਤ ਲੋਕਾਂ ਦੇ ਹਿੱਤ ਵਾਸਤੇ, ਸਮਸਤ ਲੋਕਾਂ ਦੇ ਭਲੇ ਵਾਸਤੇ ਆਕਾਸ਼ਵਾਣੀ ਦਾ ਪ੍ਰਸਾਰਣ ਹੈ। ਆਕਾਸ਼ਵਾਣੀ ਦੇ 90 ਸਾਲ ਦੇ ਪ੍ਰਸਾਰਣ ਯੁੱਗ ਨੂੰ ਸਲਾਮ ਕਰਦਾ ਹੋਇਆ ਮੈਂ ਹੁਣ ਆਪ ਸਭ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਮਾਈਕ੍ਰੋਫੋਨ ਬੀਰਿੰਦਰ ਜੀ ਦੇ ਹਵਾਲੇ ਕਰਦਾ ਤਾਂ ਜੋ ਪ੍ਰੋਗਰਾਮ ਦੀ ਸ਼ੁਰੂਆਤ ਕਰ ਸਕਣ। ਬਹੁਤ ਸ਼ੁਕਰੀਆ ਜੀ, ਖੁਸ਼ ਆਮਦੀਦ। ਸੋ ਬਹੁਤ ਬਹੁਤ ਸ਼ੁਕਰੀਆ
ਹੈਡ ਆਫ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਪਰਮਜੀਤ ਸਿੰਘ ਜੀ, ਜਿਨ੍ਹਾਂ ਦੀ ਸਰਪ੍ਰਸਤੀ 'ਚ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਚੱਲ ਰਹੇ ਨੇ ਔਰ ਬਹੁਤ ਹਰਮਨ ਪਿਆਰੇ ਨੇ, ਜਿਹੜੇ ਬਹੁਤ ਪਸੰਦ ਕੀਤੇ ਜਾਂਦੇ ਨੇ। ਆਕਾਸ਼ਵਾਣੀ ਸਮਾਜ ਦੇ ਜ਼ਿੰਦਗੀ ਦੇ ਹਰ ਪਹਿਲੂ ਦੇ ਨਾਲ ਜੁੜਿਆ, ਹਰ ਕਿਸੇ ਦੀ ਜ਼ਰੂਰਤ ਨੂੰ ਪੂਰਾ ਕਰਨ ਦਾ ਮਕਸਦ ਆਕਾਸ਼ਵਾਣੀ ਦਾ ਹੈ। ਔਰ ਬਹੁਤ ਸਾਲ ਪਹਿਲਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇੱਕ ਜਿਹੜਾ ਕਿਸਾਨ ਮੇਲਾ ਹੋਇਆ, ਉਹਦੇ 'ਚ ਇੱਕ ਕਿਸਾਨ ਨੂੰ ਸਨਮਾਨਿਤ ਕੀਤਾ ਗਿਆ ਕਿਉਂਕਿ ਉਹਨੇ ਖੇਤੀ ਦੇ ਖੇਤਰ 'ਚ ਬਹੁਤ ਵਧੀਆ ਕੰਮ ਕੀਤਾ ਸੀ। ਔਰ ਜਦੋਂ ਉਹਨੂੰ ਪੁੱਛਿਆ ਗਿਆ ਕਿ ਉਹਦੀ ਕਾਮਯਾਬੀ ਦਾ ਰਾਜ਼ ਕੀ ਹੈ, ਤੇ ਉਹਦਾ ਕਹਿਣਾ ਸੀ ਕਿ ਮੈਂ ਰੋਜ਼ ਸਵੇਰੇ ਖੇਤੀਬਾੜੀ ਪ੍ਰੋਗਰਾਮ ਤੇ ਸ਼ਾਮੀ ਦਿਹਾਤੀ ਪ੍ਰੋਗਰਾਮ ਸੁਣਦਾ, ਔਰ ਉਹਦੇ 'ਚ ਜੋ ਮਾਰਗਦਰਸ਼ਨ ਕੀਤਾ ਜਾਂਦਾ ਹੈ ਉਹਨੂੰ ਸੁਣ ਕੇ, ਉਹਨੂੰ ਫੋਲੋ ਕਰਕੇ ਮੈਂ ਖੇਤੀ 'ਚ ਕਾਮਯਾਬ ਹੋ ਸਕਿਆ। ਸੋ ਇਹ ਸਿਰਫ ਖੇਤੀ ਖੇਤਰ ਦੀ ਗੱਲ ਨਹੀਂ, ਸਿਹਤ ਦੀ ਗੱਲ ਹੋਵੇ, ਸੰਗੀਤ ਦੀ ਗੱਲ ਹੋਵੇ, ਖੇਡਾਂ ਦੀ ਗੱਲ ਹੋਵੇ, ਹਰ ਖੇਤਰ ਵਿੱਚ ਆਕਾਸ਼ਵਾਣੀ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ। ਸੋ ਜੀ ਅੱਜ ਦੀ ਇਸ ਸ਼ਾਮ ਨੂੰ ਅੱਗੇ ਵਧਾਇਆ ਜਾ ਸਕੇ, ਸੋ ਇਸ ਕਰਕੇ ਮੈਂ ਅੱਜ ਦੇ ਕਲਾਕਾਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਮੰਚ ਤੇ ਆਉਣ ਤਾਂ ਕਿ ਅੱਜ ਦੀ ਪਹਿਲੀ ਪਰਫਾਰਮੈਂਸ ਸ਼ੁਰੂ ਹੋ ਸਕੇ। ਦਿਪਨ ਕੁਮਾਰ ਔਰ ਸਤਨਿੰਦਰ ਸਿੰਘ ਹੋਰਾਂ ਦੀ ਸ਼ਾਸਤਰੀ ਗਾਇਨ 'ਚ ਜੁਗਲਬੰਦੀ, ਅਸੀਂ ਇਹਦਾ ਪੂਰਾ ਲੁਤਫ ਲਵਾਂਗੇ। ਸੋ ਇਹਨਾਂ ਕਲਾਕਾਰਾਂ ਨੂੰ ਬੇਨਤੀ ਹੈ ਕਿ ਮੰਚ ਤੇ ਆਉਣ, ਨਾਲ ਜਿਹੜੇ ਸੰਗਤ ਕਲਾਕਾਰ ਨੇ ਉਹ ਵੀ ਮੰਚ ਤੇ ਆ ਸਕਣ। da
ले ता 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 रे दा रे दा रे दा रे ता दे 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 Sare re ga ba ba ni ga sa ni pa ga re ha re sa sa re ga re sa re ga ga pa sa re ga pa re ba ni da pa ni ga re da ni pa ga ni pa ga ba ga re ga re ni pa ga ba ga re ga re ni pa ga ba ga re ga re da ni da ta da ni ta re da ni ta da ਬੇਨਤੀ ਕਰਾਂਗਾ ਡੀਡੀਜੀ ਰਣਜੀਤ ਮੀਣਾ ਹੋਰਾਂ ਨੂੰ, ਪ੍ਰੋਗਰਾਮ ਹੈਡ ਆਕਾਸ਼ਵਾਣੀ ਜਲੰਧਰ ਪਰਮਜੀਤ ਸਿੰਘ ਹੋਰਾਂ ਨੂੰ, ਪ੍ਰੋਗਰਾਮ ਹੈਡ ਦੂਰਦਰਸ਼ਨ ਜਲੰਧਰ ਗੁਰਵਿੰਦਰ ਸਿੰਘ ਹੋਰਾਂ ਨੂੰ, ਇੰਜੀਨੀਅਰ ਐਸ ਅਜਮਲ ਹੋਰਾਂ ਨੂੰ ਕਿ ਉਹ ਮੰਚ 'ਤੇ ਆਉਣ ਔਰ ਇਹਨਾਂ ਕਲਾਕਾਰਾਂ ਨੂੰ ਸਨਮਾਨ ਦੇਣ। ਔਰ ਮੈਂ ਨਾਲ ਦੀ ਨਾਲ ਬੇਨਤੀ ਕਰਾਂਗਾ ਜਿਨ੍ਹਾਂ ਨੇ ਦੂਸਰੀ ਪਰਫਾਰਮੈਂਸ ਕਰਨੀ ਹੈ, ਪੰਡਿਤ ਮਨੂ ਕੁਮਾਰ ਸੀਨ ਔਰ ਸੁਰਪ੍ਰਿਆ ਸੀਨ ਔਰ ਉਹਨਾਂ ਦੇ ਜਿਹੜੇ ਸਾਥੀ ਕਲਾਕਾਰ ਨੇ ਉਹ ਵੀ ਮੰਚ 'ਤੇ ਆ ਜਾਣ ਤਾਂ ਕਿ ਉਹਨਾਂ ਨੂੰ ਵੀ ਉਹਨਾਂ ਦਾ ਸਨਮਾਨ ਮਿਲ ਸਕੇ। ਆਕਾਸ਼ਵਾਣੀ ਜਲੰਧਰ ਵੱਲੋਂ ਇਹ ਪਿਆਰ ਭਰੀ ਭੇਂਟ ਹੈ ਜੀ ਇਹਨਾਂ ਨੂੰ ਪਰਫਾਰਮੈਂਸ ਦੀ। स्वागत करो जी पंडित मनु कुमार सीन होरां दा और इन्हां दे नाल संतूर ते सुरप्रिया सीन।
ਸੋ ਇਹ ਪਰਿਵਾਰ ਹੀ ਨਹੀਂ, ਇਹ ਸੰਗੀਤ ਦਾ ਨੂਰ ਹੈ ਜੇ ਕਿਹਾ ਜਾਵੇ ਤੇ ਕੋਈ ਗਲਤ ਗੱਲ ਨਹੀਂ ਹੋਏਗੀ। ਪੀੜ੍ਹੀਆਂ ਦਰ ਪੀੜ੍ਹੀ ਸੰਗੀਤ ਨੂੰ ਇਹ ਪ੍ਰਸਾਰਿਤ ਕਰ ਰਹੇ ਨੇ, ਪ੍ਰਚਾਰਿਤ ਕਰ ਰਹੇ ਨੇ ਔਰ ਸ਼ਾਸਤਰੀ ਗਾਇਨ ਨੂੰ ਦੂਰ ਦੂਰ ਤੱਕ ਪਹੁੰਚਾ ਰਹੇ ਨੇ।